प्यारे साथियों, पंजाब एग्ज़ाम वॉरीयर यूट्यूब चैनल ਦੇ ਉੱਤੇ ਸਾਰੇ ਸਿੱਖਿਆਰਥੀ ਸਾਥੀਆਂ ਦਾ ਮੈਂ ਸਵਾਗਤ ਕਰਦਾ। ਦੋਸਤੋ, ਜਿਸ ਟੌਪਿਕ ਬਾਰੇ ਅੱਜ ਆਪਾਂ ਚਰਚਾ ਕਰਨ ਜਾ ਰਹੇ ਹਾਂ ਉਸ ਟੌਪਿਕ ਦਾ ਨਾਮ ਹੈ ਸੈਂਟਰ ਸਟੇਟ ਰਿਲੇਸ਼ਨਸ, ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਆਪਸ ਦੇ ਵਿੱਚ ਕਿਸ ਤਰ੍ਹਾਂ ਦੇ ਸੰਬੰਧ ਹੁੰਦੇ ਨੇ। ਉਹਨਾਂ ਸਾਰੇ ਸੰਬੰਧਾਂ ਦੀ ਚਰਚਾ ਆਪਾਂ ਇਸ ਵੀਡੀਓ ਦੇ ਵਿੱਚ ਕਰਨ ਜਾ ਰਹੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਇੱਥੇ ਗੱਲ ਦੇਖਦੇ ਹਾਂ ਕਿ ਜਿਹੜਾ ਸਾਡਾ ਸੰਵਿਧਾਨ ਹੈ, ਭਾਰਤ ਦਾ ਸੰਵਿਧਾਨ ਹੈ, ਉਹਦੇ ਵਿੱਚ ਫੈਡਰਲ ਸਟਰਕਚਰ ਨੂੰ ਅਪਣਾਇਆ ਗਿਆ। ਫੈਡਰਲ ਸਟਰਕਚਰ ਕੀ ਹੁੰਦਾ ਹੈ, ਇਸ ਸੰਬੰਧੀ ਆਪਾਂ ਇਸ YouTube ਚੈਨਲ ਦੇ ਉੱਤੇ ਵੀਡੀਓ ਅਪਲੋਡ ਕਰ ਚੁੱਕੇ ਹਾਂ। ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਪਹਿਲਾਂ ਉਹ ਵੀਡੀਓ ਦੇਖ ਸਕਦੇ ਹੋ। ਫੈਡਰਲ ਸਟਰਕਚਰ ਵਾਸਤੇ ਦੋ ਕਰੈਕਟਰਾਂ ਦਾ ਹੋਣਾ ਬਹੁਤ ਲਾਜ਼ਮੀ ਹੈ। ਉਹਦੇ ਵਿੱਚੋਂ ਪਹਿਲਾ ਕਰੈਕਟਰ ਸੈਂਟਰ ਅਤੇ ਦੂਜਾ ਕਰੈਕਟਰ ਆਉਂਦੇ ਨੇ ਸਾਡੇ ਰਾਜ। ਅੱਗੇ ਤਿੰਨ ਭਾਗਾਂ ਦੇ ਵਿੱਚ ਆਪਾਂ ਸ਼ਕਤੀਆਂ ਦੀ ਵੰਡ ਕਰਦੇ ਹਾਂ ਕਿ ਇੱਕ ਲੈਜਿਸਲੇਟਿਵ ਸ਼ਕਤੀਆਂ, ਦੂਜੀ ਐਗਜ਼ੀਕਿਊਟਿਵ ਅਤੇ ਤੀਜੀਆਂ ਫਾਈਨੈਂਸ਼ੀਅਲ। ਲੈਜਿਸਲੇਟਿਵ ਤੋਂ ਭਾਵ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਸਾਡੀਆਂ ਵਿਧਾਨਕ ਸ਼ਕਤੀਆਂ ਆ ਗਈਆਂ, ਫਿਰ ਕਾਰਜਕਾਰੀ ਸ਼ਕਤੀਆਂ ਆ ਗਈਆਂ ਅਤੇ ਤੀਜੀਆਂ ਵਿੱਤੀ ਸ਼ਕਤੀਆਂ ਆ ਗਈਆਂ। ਦੋਨੇ ਕਰੈਕਟਰਾਂ ਦੇ ਵਿੱਚ ਇਹਨਾਂ ਤਿੰਨੇ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ ਤਾਂ ਉਹਨੂੰ ਅਸੀਂ ਬੋਲਦੇ ਹਾਂ ਫੈਡਰਲ ਸਟਰਕਚਰ। ਹੁਣ ਇਹਨਾਂ ਦਾ ਇੱਕ ਨਿਸ਼ਚਿਤ ਇਲਾਕਾ ਹੁੰਦਾ, ਨਿਸ਼ਚਿਤ ਖੇਤਰ ਹੁੰਦਾ, ਸੈਂਟਰ ਦਾ ਵੀ ਅਤੇ ਦੂਸਰਾ ਆਪਾਂ ਕਹੀਏ ਰਾਜ ਸਰਕਾਰਾਂ ਦਾ ਵੀ। ਤੋਂ ਆਪਣੇ ਆਪਣੇ ਖੇਤਰ ਦੇ ਵਿੱਚ ਰਹਿ ਕੇ ਆਪਣੇ ਆਪਣੇ ਵਿਧੀ ਵਿਧਾਨਾਂ ਅਨੁਸਾਰ ਜਿਹੜਾ ਉਹ ਕਾਰਜ ਕਰਦੇ ਨੇ। ਮੇਰੇ ਹਿਸਾਬ ਨਾਲ ਤੁਸੀਂ ਇਹ ਸਮਝ ਗਏ ਹੋਵੋਗੇ ਕਿ ਫੈਡਰਲ ਸਟਰਕਚਰ ਕੀ ਹੁੰਦਾ ਅਤੇ ਉਹ ਸ਼ਕਤੀਆਂ ਦੀ ਵੰਡ ਕਿਸ ਤਰ੍ਹਾਂ ਦੀ ਹੁੰਦੀ ਹੈ। ਦੂਜੀ ਇੱਥੇ ਜਿਹੜੀ ਆਪਾਂ ਗੱਲ ਕਰਨੀ ਹੈ ਉਹ ਇਹ ਹੈ ਕਿ ਦੇਅਰ ਇਜ਼ ਨੋ ਡਿਵੀਜ਼ਨ ਆਫ ਦ ਜੁਡੀਸ਼ੀਅਲ ਪਾਵਰ। ਬੇਸ਼ੱਕ ਆਪਾਂ ਨੇ ਵਿਧਾਨਕ ਸ਼ਕਤੀਆਂ, ਕਾਰਜਕਾਰੀ ਸ਼ਕਤੀਆਂ ਅਤੇ ਵਿੱਤੀ ਸ਼ਕਤੀਆਂ ਦੀ ਵੰਡ ਕਰ ਦਿੱਤੀ ਹੈ, ਪਰੰਤੂ ਜਿਹੜੀਆਂ ਸਾਡੀਆਂ ਨਿਆਂਕ ਸ਼ਕਤੀਆਂ ਇਹਦੇ ਵਿੱਚ ਕੋਈ ਡਿਵੀਜ਼ਨ ਨਹੀਂ ਕੀਤੀ ਗਈ। ਇਹਦਾ ਭਾਵ ਇਹ ਹੈ ਕਿ ਜਿਹੜਾ ਸਾਡਾ ਨਿਆਂਪਾਲਕ ਉਹ ਇੱਕ ਇੰਟੀਗ੍ਰੇਟਡ ਸਿਸਟਮ ਹੈ, ਉਹ ਇੱਕ ਜੁੜੀ ਹੋਈ ਤਾਰ ਹੈ ਕਿ ਸਭ ਤੋਂ ਉੱਪਰ ਸਾਡਾ ਸੁਪਰੀਮ ਕੋਰਟ ਆਉਂਦਾ, ਫਿਰ ਰਾਜ ਸਰਕਾਰਾਂ ਦੀਆਂ ਹਾਈ ਕੋਰਟਸ ਆਉਂਦੀਆਂ ਨੇ, ਉਸ ਤੋਂ ਅੱਗੇ ਜਿਹੜੀ ਇਹ ਚੇਨ ਹੈ ਉਹ ਚੱਲਦੀ ਰਹਿੰਦੀ ਹੈ। ਕਹਿਣ ਤੋਂ ਭਾਵ ਇਹ ਹੈ ਕਿ ਜੇਕਰ ਕੋਈ ਵਿਅਕਤੀ, ਪੰਜਾਬ ਦਾ ਵਿਅਕਤੀ ਹੈ, ਉਹ ਕੋਈ ਕੇਸ ਜਿਹੜਾ ਹਾਈ ਕੋਰਟ ਦੇ ਵਿੱਚ ਹਾਰ ਜਾਂਦਾ ਹੈ ਤਾਂ ਉਹ ਅੱਗੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਕਰ ਸਕਦਾ ਹੈ। ਇਹ ਇੱਕ ਇੰਟੀਗ੍ਰੇਟਡ ਸਿਸਟਮ ਦੀ ਮਿਸਾਲ ਹੈ। ਇਸ ਤੋਂ ਅਗਲਾ ਪੁਆਇੰਟ ਹੈ ਕਿ ਦ ਕਾਨਸਟੀਟਿਊਸ਼ਨ ਹੈਜ਼ ਇਸਟੈਬਲਿਸ਼ਡ ਐਨ ਇੰਟੀਗ੍ਰੇਟਡ ਜੁਡੀਸ਼ੀਅਲ ਸਿਸਟਮ ਟੂ ਇਨਫੋਰਸ ਬੋਥ ਦ ਸੈਂਟਰਲ ਲਾਜ਼ ਐਜ਼ ਵੈਲ ਐਜ਼ ਦ ਸਟੇਟ ਲਾਜ਼। ਇਹ ਆਪਾਂ ਗੱਲ ਕਰ ਚੁੱਕੇ ਹਾਂ ਕਿ ਇੱਕ ਇੰਟੀਗ੍ਰੇਟਡ ਸਿਸਟਮ ਹੈ। ਨੈਕਸਟ ਗੱਲ ਕੀ ਹੈ ਕਿ ਜਿਹੜੇ ਸੈਂਟਰ ਅਤੇ ਸਟੇਟ ਨੇ ਉਹ ਆਪਣੇ ਆਪਣੇ ਫੀਲਡ ਦੇ ਵਿੱਚ ਸੁਪਰੀਮ ਨੇ। ਆਪਣੇ ਆਪਣੇ ਖੇਤਰ ਦੇ ਵਿੱਚ ਜਿਹੜੇ ਉਹਨਾਂ ਨੂੰ ਸਬਜੈਕਟ ਮਿਲੇ ਨੇ ਉਹਨਾਂ ਉੱਪਰ ਉਹ ਆਪਣਾ ਜਿਹੜਾ ਕਾਰਜ ਆ ਆਪਣੀ ਬੌਧਿਕ ਸਮਰੱਥਾ ਅਨੁਸਾਰ ਉਹ ਕਰ ਸਕਦੇ ਆ। ਅਗਲੀ ਗੱਲ ਆਪਾਂ ਕਰਦੇ ਹਾਂ ਇੱਥੇ ਕਿ ਸੈਂਟਰ ਸਟੇਟ ਨੂੰ ਆਪਾਂ ਤਿੰਨ ਭਾਗਾਂ ਦੇ ਵਿੱਚ ਨੇ ਸ਼ਕਤੀਆਂ ਨੇ ਵੰਡਿਆ। ਇੱਕ ਲੈਜਿਸਲੇਟਿਵ ਰਿਲੇਸ਼ਨ ਨੇ, ਦੂਜੇ ਸਾਡੇ ਐਡਮ ਬਲੋਕ ਦੇ ਜਾਂ ਐਗਜ਼ੀਕਿਊਟਿਵ ਪਾਵਰਸ ਆਪਾਂ ਜਿਹਨੂੰ ਬੋਲਦੇ ਹਾਂ ਉਹ ਰਿਲੇਸ਼ਨ ਨੇ, ਤੀਜੀ ਸਾਡੇ ਕੋਲ ਜਿਹੜੀਆਂ ਫਾਈਨੈਂਸ਼ੀਅਲ ਰਿਲੇਸ਼ਨਸ ਨੇ। ਹੁਣ ਆਪਾਂ ਜਿਹੜੀ ਮੇਨ ਗੱਲ ਕਰਨੀ ਹੈ ਉਹ ਇਹ ਹੈ ਕਿ ਜਿਹੜੇ ਸਾਡੇ ਲੈਜਿਸਲੇਟਿਵ ਰਿਲੇਸ਼ਨ ਨੇ ਕੇਂਦਰ ਸਰਕਾਰ ਦੇ ਅਤੇ ਰਾਜ ਸਰਕਾਰਾਂ ਦੇ, ਉਹ ਕਿਸ ਤਰ੍ਹਾਂ ਨੇ। ਆਰਟੀਕਲ 245 ਤੋਂ ਲੈ ਕੇ ਆਰਟੀਕਲ 255 ਤੱਕ ਸਾਡੇ ਸੰਵਿਧਾਨ ਦੇ ਭਾਗ 11ਵੇਂ ਦੇ ਵਿੱਚ ਜਿਹੜੇ ਸਾਡੀਆਂ ਵਿਧਾਨਕ ਸ਼ਕਤੀਆਂ ਨੇ ਕੇਂਦਰ ਸਰਕਾਰ ਦੀਆਂ ਅਤੇ ਰਾਜ ਸਰਕਾਰ ਦੀਆਂ, ਉਹਨਾਂ ਦੀ ਕੀ ਕੀਤੀ ਗਈ ਹੈ, ਵੰਡ ਕੀਤੀ ਗਈ ਹੈ। ਇਹਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਸਾਡੇ ਕੋਲ ਇਹ ਆਉਂਦਾ ਹੈ ਕਿ ਟੈਰੀਟੋਰੀਅਲ ਐਕਸਟੈਂਟ ਆਫ ਸੈਂਟਰਲ ਐਂਡ ਸਟੇਟ ਲੈਜਿਸਲੇਸ਼ਨ। ਇਹਦਾ ਭਾਵ ਕੀ ਹੈ ਇੱਥੇ ਟੈਰੀਟੋਰੀ ਦਾ ਭਾਵ ਇੱਥੇ ਆਪਾਂ ਲਵਾਂਗੇ ਇੱਕ ਨਿਸ਼ਚਿਤ ਇਲਾਕਾ ਹੈ ਕਿ ਜਿਹੜੀ ਪਾਰਲੀਮੈਂਟ ਹੈ ਕੈਨ ਮੇਕ ਲਾਜ਼ ਫਾਰ ਦਾ ਹੋਲ ਔਰ ਐਨੀ ਪਾਰਟ ਆਫ ਦਾ ਟੈਰੀਟਰੀ ਆਫ ਇੰਡੀਆ। ਜਿਹੜੀ ਸਾਡੀ ਪਾਰਲੀਮੈਂਟ ਹੈ ਉਹ ਪੂਰੇ ਭਾਰਤ ਦੇ ਉੱਤੇ ਕਿਸੇ ਤਰ੍ਹਾਂ ਦਾ ਕਾਨੂੰਨ ਬਣਾ ਸਕਦੀ ਹੈ। ਇਸ ਤੋਂ ਇਲਾਵਾ ਉਹ ਕਿਸੇ ਖਾਸ ਟੁਕੜੇ ਉੱਤੇ, ਕਿਸੇ ਖਾਸ ਰਾਜ ਦੇ ਉੱਤੇ ਵੀ ਜਿਹੜਾ ਕਾਨੂੰਨ ਹੈ ਉਹ ਬਣਾ ਕੇ ਅਪਲੀਕੇਬਲ ਕਰ ਸਕਦੀ ਹੈ। ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਜਿੰਨੀਆਂ ਸਾਡੀਆਂ ਸਕੀਮਸ ਚੱਲਦੀਆਂ ਨੇ ਉੱਪਰੋਂ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਹੈ ਨਾ, ਤਾਂ ਉਹ ਕੀ ਆ, ਉਹ ਇਕੱਲੇ ਉੱਥੇ ਨਹੀਂ ਰੁਕ ਜਾਂਦੀ, ਉਹ ਸਾਰੇ ਸਟੇਟਸ ਦੇ ਵਿੱਚ ਆ ਕੇ ਵੀ ਉਹ ਜਿਹੜੀ ਕਾਨੂੰਨ ਹੈ ਜਾਂ ਜਿਹੜੀ ਕੋਈ ਲੈਜਿਸਲੇਚਰ ਬਣਾਈ ਆ ਉਹਨਾਂ ਨੇ ਉਹ ਕਾਰਜ ਕਰਦੀ ਹੈ। ਦੂਜਾ ਕੀ ਹੈ ਕਿ ਸਟੇਟ ਲੈਜਿਸਲੇਚਰ ਕੈਨ ਮੇਕ ਲਾਜ਼ ਫਾਰ ਦਾ ਹੋਲ ਔਰ ਐਨੀ ਪਾਰਟ ਆਫ ਦਾ ਸਟੇਟ। ਦੂਜੇ ਪਾਸੇ ਕੀ ਹੈ ਕਿ ਜਿਹੜੀਆਂ ਰਾਜ ਸਰਕਾਰਾਂ ਨੇ ਉਹ ਆਪਣੇ ਇੱਕ ਨਿਸ਼ਚਿਤ ਖੇਤਰ ਦੇ ਵਿੱਚ ਰਹਿ ਕੇ ਕਾਨੂੰਨ ਬਣਾ ਸਕਦੀਆਂ ਨੇ। ਇਹ ਨਹੀਂ ਹੈ ਕਿ ਕੋਈ ਕਾਨੂੰਨ ਪੰਜਾਬ ਸਰਕਾਰ ਨੇ ਬਣਾ ਦਿੱਤਾ ਅਤੇ ਉਹ ਕਾਨੂੰਨ ਜਾ ਕੇ ਸਾਡੇ ਮਹਾਰਾਸ਼ਟਰ ਦੇ ਵਿੱਚ ਵੀ ਲਾਗੂ ਹੋਊਗਾ ਜਾਂ ਆਂਧਰਾ ਪ੍ਰਦੇਸ਼ ਦੇ ਵਿੱਚ ਵੀ ਲਾਗੂ ਹੋਊਗਾ ਜਾਂ ਆਪਾਂ ਕਹਿ ਸਕਦੇ ਹਾਂ ਵੈਸਟ ਬੰਗਾਲ ਦੇ ਵਿੱਚ ਵੀ ਲਾਗੂ ਹੋਊਗਾ। ਇਸ ਤਰ੍ਹਾਂ ਦਾ ਨਹੀਂ ਹੈ।
ਕਿ ਜਿਹੜਾ ਇੱਕ ਸਟੇਟ ਨੇ ਕਾਨੂੰਨ ਬਣਾਇਆ ਉਹ ਸਿਰਫ ਸਟੇਟ ਤੱਕ ਹੀ ਲਾਗੂ ਹੋਊਗਾ, ਪਰੰਤੂ ਜਿਹੜਾ ਇੱਕ ਪਾਰਲੀਮੈਂਟ ਨੇ ਕਾਨੂੰਨ ਬਣਾਇਆ ਉਹ ਪੂਰੇ ਭਾਰਤ ਉੱਤੇ ਲਾਗੂ ਹੋਊਗਾ। ਤਾਂ ਤੁਸੀਂ ਇਹ ਗੱਲ ਸਮਝ ਗਏ ਹੋਵੋਗੇ। ਤੀਜਾ ਕੀ ਹੈ ਕਿ ਦ ਲਾਜ਼ ਆਫ ਦ ਪਾਰਲੀਮੈਂਟ ਆਰ ਆਲਸੋ ਐਪਲੀਕੇਬਲ ਟੂ ਦ ਇੰਡੀਅਨ ਸਿਟੀਜ਼ਨ ਐਂਡ ਦੇਅਰ ਪ੍ਰੋਪਰਟੀ ਇਨ ਐਨੀ ਪਾਰਟ ਆਫ ਦ ਵਰਲਡ। ਤੀਜੀ ਗੱਲ ਕੀ ਹੈ ਕਿ ਐਕਸਟਰਾ ਟੈਰੀਟੋਰੀਅਲ ਲਾਜ਼ ਨੇ ਜਿਹੜੇ ਉਹ ਵੀ ਪਾਰਲੀਮੈਂਟ ਬਣਾ ਸਕਦੀ ਹੈ। ਉਹ ਕਿਵੇਂ ਕਿ ਜੇਕਰ ਕੋਈ ਭਾਰਤੀ ਸਿਟੀਜ਼ਨ ਨੇ ਉਹ ਕਿਤੇ ਬਾਹਰ ਕਾਰਜ ਕਰ ਰਹੇ ਨੇ, ਉਹਨਾਂ ਦੀ ਬਾਹਰ ਕੋਈ ਫੈਕਟਰੀ ਲੱਗੀ ਹੈ ਜਾਂ ਕੋਈ ਕਾਰਖਾਨਾ ਲੱਗਿਆ, ਉਹਨਾਂ ਉੱਪਰ ਵੀ ਜਿਹੜੇ ਉਹ ਕਾਨੂੰਨ ਨੇ ਉਹ ਪਾਰਲੀਮੈਂਟ ਹੀ ਬਣਾ ਸਕਦੀ ਹੈ ਅਤੇ ਉਹਨਾਂ 'ਤੇ ਹੀ ਲਾਗੂ ਹੋਣਗੇ। ਫਿਰ ਇੱਥੇ ਸਾਡੇ ਕੋਲ ਗੱਲ ਆ ਜਾਂਦੀ ਹੈ ਇੱਥੇ ਇਹ ਕਿ ਕੀ ਪਾਰਲੀਮੈਂਟ ਜਿਹੜੇ ਕਾਨੂੰਨ ਬਣਾਉਂਦੀ ਹੈ ਉਹ ਇੱਕ ਐਬਸੋਲਿਊਟ ਪਾਵਰ ਹੈ? ਇਹ ਸਭ ਤੋਂ ਸਵਾਲ ਪੁੱਛ ਲਿਆ ਜਾਂਦਾ ਹੈ। ਇਹਦਾ ਆਨਸਰ ਆਊਗਾ ਨੋ, ਨਹੀਂ, ਕਿ ਜਿਹੜੀ ਪਾਰਲੀਮੈਂਟ ਆ ਉਹਦੇ ਕੋਲ ਕੋਈ ਐਬਸੋਲਿਊਟ ਪਾਵਰ ਨਹੀਂ ਹੈ। ਉਹ ਆਪਾਂ ਅੱਗੇ ਗੱਲ ਕਰਦੇ ਹਾਂ ਵੀ ਕਿਉਂ ਐਬਸੋਲਿਊਟ ਪਾਵਰ ਨਹੀਂ ਹੈ। ਇਹਦੇ 'ਤੇ ਰਿਸਟ੍ਰਿਕਸ਼ਨ ਨੇ, ਕੁਛ ਰੁਕਾਵਟਾਂ ਨੇ। ਉਹ ਰੁਕਾਵਟਾਂ ਕਿਹੜੀਆਂ ਨੇ ਕਿ ਜਿਹੜਾ ਸਾਡਾ ਪ੍ਰੈਜ਼ੀਡੈਂਟ ਹੈ ਉਹ ਕੋਈ ਰੈਗੂਲੇਸ਼ਨਸ ਬਣਾ ਸਕਦਾ ਹੈ। ਕਾਹਦੇ ਵਾਸਤੇ? ਸ਼ਾਂਤੀ ਵਾਸਤੇ, ਪ੍ਰੋਗਰੈਸ ਵਾਸਤੇ ਜਾਂ ਗੁੱਡ ਗਵਰਨਮੈਂਟ ਵਾਸਤੇ। 5 ਇੱਥੇ ਯੂਨੀਅਨ ਟੈਰੀਟਰੀਜ਼ ਦੀ ਆਪਾਂ ਗੱਲ ਕਰਦੇ ਹਾਂ। ਉਹਦੇ ਵਿੱਚ ਅੰਡੇਮਾਨ ਨਿਕੋਬਾਰ ਹੈ, ਲਕਸ਼ਦੀਪ ਹੈ, ਦਾਦਰਾ ਨਗਰ ਹਵੇਲੀ ਹੈ, ਦਮਨ ਦੀਊ ਹੈ ਅਤੇ ਲਦਾਖ ਹੈ। ਇੱਥੇ ਕੀ ਹੈ, ਪ੍ਰੈਜ਼ੀਡੈਂਟ ਹੈ, ਇਹਨਾਂ 5 ਦੇ ਉੱਪਰ ਕੀ ਕਰ ਸਕਦਾ ਹੈਗਾ, ਰੈਗੂਲੇਸ਼ਨਸ ਕਰ ਸਕਦਾ ਹੈ। ਇਸ ਤੋਂ ਇਲਾਵਾ ਦ ਗਵਰਨਰ ਇਜ਼ ਐਮਪਾਵਰਡ ਟੂ ਡਾਇਰੈਕਟ ਦੈਟ ਐਨ ਐਕਟ ਆਫ ਪਾਰਲੀਮੈਂਟ ਡਜ਼ ਨਾਟ ਅਪਲਾਈ ਆ ਸ਼ਡਿਊਲਡ ਏਰੀਆ। ਜਦੋਂ ਆਪਾਂ ਸ਼ਡਿਊਲਸ ਵਾਲਾ ਚੈਪਟਰ ਕੀਤਾ ਸੀਗਾ ਉਹਦੇ ਵਿੱਚ 2 ਸ਼ਡਿਊਲ ਮੈਂ ਤੁਹਾਨੂੰ ਕਿਹਾ ਸੀ ਕਿ ਬਹੁਤ ਇੰਪੋਰਟੈਂਟ ਨੇ। ਇੱਕ ਤਾਂ 5th ਸ਼ਡਿਊਲ ਸੀਗਾ, ਇੱਕ ਸੀ ਉਹਦੇ ਵਿੱਚ 6ਵਾਂ। 5ਵੇਂ ਸ਼ਡਿਊਲ ਦੇ ਵਿੱਚ ਕੀ ਸੀਗੇ ਕਿ ਜਿਹੜੇ ਸਾਡੇ ਸ਼ਡਿਊਲਡ ਏਰੀਏ ਸੀਗੇ, ਕਿ ਕੋਈ ਰਾਸ਼ਟਰਪਤੀ ਨੇ ਕਾਨੂੰਨ ਬਣਾਤਾ ਕਿਸੇ ਸ਼ਡਿਊਲਡ ਏਰੀਆ ਵਾਸਤੇ, ਉੱਥੋਂ ਦਾ ਗਵਰਨਰ ਹੈ ਜਿਹੜਾ ਉਹ ਇਹ ਗੱਲ ਤੋਂ ਇਨਕਾਰ ਕਰ ਸਕਦਾ ਕਿ ਜਿਹੜਾ ਇਹ ਕਾਨੂੰਨ ਹੈ ਇੱਥੋਂ ਦੇ ਆਹ ਸ਼ਡਿਊਲਡ ਏਰੀਆ ਵਾਸਤੇ ਕੀ ਹੋਊਗਾ, ਲਾਗੂ ਨਹੀਂ ਹੋਊਗਾ। ਉਹਨੂੰ ਡਾਇਰੈਕਟ ਕਰ ਸਕਦਾ ਇੱਥੇ, ਇਹ ਗੱਲ ਆਪਾਂ ਯਾਦ ਰੱਖਣੀ ਹੈ। ਇਸ ਤੋਂ ਇਲਾਵਾ ਜਿਹੜਾ ਗਵਰਨਰ ਹੈ ਅਸਾਮ ਦਾ, ਮਿਜ਼ੋਰਮ ਦਾ, ਮੇਘਾਲਿਆ ਦਾ, ਉਹ ਵੀ ਪਾਰਲੀਮੈਂਟ ਦੇ ਕਾਨੂੰਨ ਨੂੰ ਅਪਲਾਈ ਕਰਨ ਤੋਂ ਰੋਕ ਸਕਦਾ, ਡਾਇਰੈਕਟ ਕਰ ਸਕਦਾ ਕਿਹੜੇ ਇੱਥੋਂ ਦੇ ਟਰਾਈਬਲ ਏਰੀਆ ਦੇ ਵਿੱਚ ਤੁਸੀਂ ਜਿਹੜਾ ਇਹ ਕਾਨੂੰਨ ਬਣਾਇਆ ਉਹਨੂੰ ਇਸ ਆਪਾਂ ਏਰੀਆ ਦੇ ਵਿੱਚ ਲਾਗੂ ਨਹੀਂ ਕਰ ਸਕਦੇ। ਇਹ ਸੀਗਾ ਕਿ ਇਹ ਐਬਸੋਲਿਊਟ ਪਾਵਰ ਕਿਉਂ ਨਹੀਂ ਹੈ। ਜਿਹੜਾ ਪਾਰਲੀਮੈਂਟ ਦੀ ਆਪਾਂ ਗੱਲ ਕੀਤੀ ਸੀ ਕਿ ਇਹਦੇ ਵਿੱਚ ਇਹ ਆ ਗਿਆ ਕਿ ਜਿਹੜਾ ਪ੍ਰੈਜ਼ੀਡੈਂਟ ਉਹ ਸਿਰਫ 5 ਜਿਹੜੇ ਸਾਡੀ ਯੂਟੀਜ਼ ਨੇ ਉੱਥੇ ਹੀ ਕਾਨੂੰਨ ਬਣਾ ਸਕਦਾ। ਇਸ ਤੋਂ ਇਲਾਵਾ ਜਿਹੜੇ ਉੱਥੋਂ ਦੇ 5ਵੇਂ ਸ਼ਡਿਊਲ ਦੇ ਅਨੁਸਾਰ ਸ਼ਡਿਊਲਡ ਏਰੀਏ ਨੇ ਜਾਂ ਸ਼ਡਿਊਲ ਟ੍ਰਾਈਬ ਨੇ 6ਵੇਂ ਸ਼ਡਿਊਲ ਦੇ ਅਨੁਸਾਰ, ਉੱਥੋਂ ਜਿਹੜੇ ਗਵਰਨਰ ਨੇ ਉਹ ਇਹ ਗੱਲ ਕਹਿ ਕੇ ਪ੍ਰੈਜ਼ੀਡੈਂਟ ਨੂੰ ਡਾਇਰੈਕਟ ਕਰ ਸਕਦੇ ਨੇ ਕਿ ਇੱਥੇ ਜਿਹੜਾ ਕਾਨੂੰਨ ਆ ਉਹ ਅਪਲਾਈ ਨਹੀਂ ਹੋਊਗਾ। ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਡਿਸਟਰੀਬਿਊਸ਼ਨ ਆਫ ਦ ਲੈਜਿਸਲੇਟਿਵ ਸਬਜੈਕਟਸ, ਕਿ ਜਿਹੜੇ ਸਾਡੇ ਵਿਧਾਨਕ ਸਬਜੈਕਟ ਨੇ ਉਹਨਾਂ ਦੀ ਵੰਡ ਕੀਤੀ ਗਈ ਹੈ ਸੈਂਟਰ ਅਤੇ ਸਟੇਟ ਦੇ ਵਿਚਾਲੇ। ਇਹਦਾ ਤੁਸੀਂ ਸਕਰੀਨਸ਼ਾਟ ਵੀ ਲੈ ਸਕਦੇ ਹੋ ਅਤੇ ਇਹਦੀ ਜਿਹੜੀ PDF ਆ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣੀ ਆ। ਹੁਣ ਇਹ ਸਰ ਸਵਾਲ ਪੁੱਛ ਲੈਂਦਾ ਕਿ ਯੂਨੀਅਨ ਲਿਸਟ ਦੇ ਵਿੱਚ ਕਿਹੜੇ ਸਬਜੈਕਟ ਆਉਂਦੇ ਨੇ, ਸਟੇਟ ਲਿਸਟ ਦੇ ਵਿੱਚ ਕਿਹੜੇ ਆਉਂਦੇ ਨੇ, ਅਤੇ ਜਿਹੜੀ ਸਾਡੀ ਕਨਕਰੰਟ ਲਿਸਟ ਹੈ ਇਹਦੇ ਵਿੱਚ ਕਿਹੜੇ ਆਉਂਦੇ ਨੇ। ਤਾਂ ਜਿਹੜੀਆਂ ਇਹ ਤਿੰਨੋਂ ਲਿਸਟਾਂ ਨੇ, ਪਹਿਲਾਂ ਤਾਂ ਇਹ ਗੱਲ ਹੈ ਕਿ ਇਹ ਲਈਆਂ ਕਿੱਥੋਂ ਗਈਆਂ ਨੇਗੀਆਂ, ਇਹ ਆਸਟ੍ਰੇਲੀਆ ਦੇ ਸੰਵਿਧਾਨ ਤੋਂ ਬੋਰੋ ਕੀਤੀਆਂ ਗਈਆਂ ਨੇ। ਹੁਣ ਯੂਨੀਅਨ ਲਿਸਟ 'ਤੇ ਕੇਂਦਰ ਸਰਕਾਰ ਕਾਨੂੰਨ ਬਣਾ ਸਕਦੀ ਹੈ, ਸਟੇਟ ਵਾਲੀਆਂ ਦੇ ਸਟੇਟ ਬਣਾ ਸਕਦੀ ਹੈ। ਜਿਹੜੀ ਸਾਡੇ ਸਮਵਰਤੀ ਸੂਚੀ ਦੇ ਸਬਜੈਕਟ ਨੇ ਉਹ 'ਤੇ ਦੋਨੋਂ ਬਣਾ ਸਕਦੇ ਆ, ਕੇਂਦਰੀ ਬਣਾ ਸਕਦੀ ਹੈ, ਸਟੇਟ ਵੀ ਬਣਾ ਸਕਦੀ ਹੈ। ਪਰੰਤੂ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸਾਡਾ ਯੂਨਿਟਰੀ ਫੈਕਟਰ ਹੈ ਉਹ ਜ਼ਿਆਦਾ ਕੰਮ ਕਰਦਾ ਕਿਉਂਕਿ ਕੇਂਦਰ ਦਾ ਜ਼ਿਆਦਾ ਹੱਥ ਇੱਥੇ ਕੀ ਆ ਉਹ ਭਾਰੀ ਹੁੰਦਾ। ਯੂਨੀਅਨ ਲਿਸਟ ਦੇ ਵਿੱਚ ਕਿਹੜੇ ਸਬਜੈਕਟ ਆਉਂਦੇ ਨੇ ਡਿਫੈਂਸ ਹੈ, ਬੈਂਕਿੰਗ ਹੈ, ਜਿੰਨੇ ਸਾਡੇ ਫੋਰਨ ਅਫੇਅਰ ਨੇ, ਕਰੰਸੀ ਹੈ, ਐਟੋਮਿਕ ਐਨਰਜੀ ਹੈ, ਇੰਸ਼ੋਰੈਂਸ ਹੈ। ਇਹ ਸਾਰੇ ਸਬਜੈਕਟ ਜਿਹੜੇ ਯੂਨੀਅਨ ਲਿਸਟ ਦੇ ਵਿੱਚ ਆਉਂਦੇ ਆ। ਪੁਲਿਸ, ਪਬਲਿਕ ਹੈਲਥ ਐਂਡ ਸੈਨੀਟਾਈਜੇਸ਼ਨ, ਐਗਰੀਕਲਚਰ, ਪ੍ਰਿਜ਼ਨਸ, ਲੋਕਲ ਗਵਰਨਮੈਂਟ, ਫਿਸ਼ਰੀਜ਼, ਮਾਰਕੀਟ, ਗੈਂਬਲਿੰਗ ਐਂਡ ਸੋ ਔਨ, ਇਹ ਸਟੇਟ ਲਿਸਟ ਦੇ ਵਿੱਚ ਆਉਂਦੀਆਂ ਨੇ। ਸਿਵਲ ਪ੍ਰੋਸੀਜਰ, ਮੈਰਿਜ ਐਂਡ ਡਿਵੋਰਸ, ਇਲੈਕਟ੍ਰੀਸਿਟੀ, ਲੇਬਰ ਵੈਲਫੇਅਰ, ਇਕਨੋਮਿਕ ਐਂਡ ਸੋਸ਼ਲ ਪਲੈਨਿੰਗ, ਡਰੱਗਸ, ਨਿਊਜ਼ਪੇਪਰ, ਬੁੱਕਸ ਐਂਡ ਪ੍ਰਿੰਟਿੰਗ ਪ੍ਰੈਸਿਸ ਐਂਡ ਸੋ ਔਨ, ਇਹ ਜਿਹੜੇ ਨੇ ਕਨਕਰੰਟ ਲਿਸਟ ਦੇ ਵਿੱਚ ਸਬਜੈਕਟ ਆਉਂਦੇ ਨੇ। ਪਾਰਲੀਮੈਂਟਰੀ ਲੈਜਿਸਲੇਸ਼ਨ ਇਨ ਦ ਸਟੇਟ ਫੀਲਡ, ਕਿ ਜਿਹੜਾ ਪਾਰਲੀਮੈਂਟ ਆ ਉਹ ਸਟੇਟ ਦੇ ਉੱਤੇ ਕਦੋਂ ਕਾਨੂੰਨ ਬਣਾ ਸਕਦਾ ਹੈ। ਦ ਕਾਨਸਟੀਟਿਊਸ਼ਨ ਇੰਪਾਵਰ ਦਾ ਪਾਰਲੀਮੈਂਟ ਟੂ ਮੇਕ ਲਾਜ਼ ਔਨ ਐਨੀ ਮੈਟਰ enumerated in the state list under the following 5 extraordinary circumstances, ਕਿ ਜੇਕਰ ਇਸ ਤਰ੍ਹਾਂ ਦੀਆਂ ਕੋਈ ਕੰਡੀਸ਼ਨਸ ਕ੍ਰੀਏਟ ਹੋ ਜਾਂਦੀਆਂ ਨੇ ਤਾਂ ਜਿਹੜਾ ਸਟੇਟ ਲਿਸਟ ਦੇ ਵਿੱਚ ਆਪਾਂ ਸਬਜੈਕਟ ਪੜ੍ਹੇ ਨੇ ਉਹਨਾਂ ਉੱਤੇ ਵੀ ਜਿਹੜਾ ਪਾਰਲੀਮੈਂਟ ਆ ਕਾਨੂੰਨ ਬਣਾ ਸਕਦਾ। ਉਹਦੇ ਵਿੱਚ ਪਹਿਲਾਂ ਕੀ ਹੈ ਕਿ ਵੈਨ ਰਾਜ ਸਭਾ ਪਾਸਿਸ ਅ ਰੈਜੂਲੇਸ਼ਨ, ਕਿ ਜੇਕਰ ਰਾਜ ਸਭਾ
ਕਿਸੇ ਨੈਸ਼ਨਲ ਇੰਟਰਸਟ ਵਾਸਤੇ ਕੋਈ ਰੈਜੂਲੇਸ਼ਨ ਪਾਸ ਕਰ ਦਿੰਦੀ ਹੈ ਤਾਂ ਵੀ ਜਿਹੜਾ ਸਟੇਟ ਲਿਸਟ ਦੇ ਵਿੱਚ ਪਿਆ ਹੋਇਆ ਕੋਈ ਸਬਜੈਕਟ ਹੈ ਉਹਦੇ ਉੱਤੇ ਜਿਹੜਾ ਕੇਂਦਰ ਆ ਉਹ ਕਾਨੂੰਨ ਬਣਾ ਸਕਦਾ ਹੈ। ਪਰੰਤੂ ਇੱਥੇ ਦਾ ਮਤਲਬ ਇਹ ਨਹੀਂ ਕਿ ਕੋਈ ਇੱਕ ਮੰਤਰੀ ਇਹ ਗੱਲ ਕਹਿ ਦੇ ਕਿ ਚਲੋ ਆਪਾਂ ਸਟੇਟ ਲਿਸਟ 'ਤੇ ਕਾਨੂੰਨ ਬਣਾਉਣਾ ਹੈ ਅਤੇ ਉਹਦੀ ਗੱਲ ਨੂੰ ਪੂਰਾ ਕੀਤਾ ਜਾਊਗਾ। ਇਸ ਤਰ੍ਹਾਂ ਨਹੀਂ ਹੈ। ਉਹਨੂੰ ਜਿਹੜੀ ਰਾਜ ਸਭਾ ਦੇ ਵਿੱਚ 2/3 ਬਹੁਮਤੀ ਆਪਾਂ ਗੱਲ ਕਰਦੇ ਹਾਂ, ਵੋਟਾਂ ਦੀ ਗੱਲ ਕਰਦੇ ਹਾਂ, ਉਹਦੀ ਸਪੋਰਟ ਹੋਣੀ ਚਾਹੀਦੀ ਹੈ ਤਾਂ ਹੀ ਉਹ ਕੋਈ ਸਟੇਟ ਲਿਸਟ ਦਾ ਜਿਹੜਾ ਸਬਜੈਕਟ ਹੈ ਉਹਦੇ ਉੱਤੇ ਕਾਨੂੰਨ ਬਣਾ ਸਕਦੇ ਆ। ਦੂਜਾ ਕੀ ਹੈ, ਡਿਊਰਿੰਗ ਅ ਨੈਸ਼ਨਲ ਐਮਰਜੈਂਸੀ, ਕਿ ਜੇਕਰ ਨੈਸ਼ਨਲ ਐਮਰਜੈਂਸੀ ਲੱਗ ਜਾਂਦੀ ਹੈ ਤਾਂ ਵੀ ਸਟੇਟ ਲਿਸਟ ਦੇ ਵਿੱਚ ਜਿਹੜੇ ਸਬਜੈਕਟ ਨੇ ਉਹਨਾਂ ਉੱਤੇ ਜਿਹੜਾ ਕੇਂਦਰ ਸਰਕਾਰ ਹੈ ਉਹ ਕਾਨੂੰਨ ਬਣਾਉਂਦੀ ਹੈ। ਤੀਜਾ ਕੀ ਹੈ, ਵੈਨ ਸਟੇਟਸ ਮੇਕ ਅ ਰਿਕੁਐਸਟ, ਕਿ ਜੇਕਰ 2 ਜਾਂ 2 ਤੋਂ ਵੱਧ ਸਟੇਟ ਨੇ ਜਿਹੜੇ ਉਹ ਜਾ ਕੇ ਇਹ ਗੱਲ ਰਾਸ਼ਟਰਪਤੀ ਕੋਲ ਰਿਕਮੈਂਡ ਕਰਨ ਕਿ ਆਹ ਸਬਜੈਕਟ ਦੇ ਉੱਤੇ ਸਾਡੇ ਸਟੇਟ ਲਿਸਟ ਦੇ ਵਿੱਚ ਜਿਹੜਾ ਸਬਜੈਕਟ ਪਿਆ ਇਹਦੇ ਉੱਤੇ ਜਿਹੜਾ ਕੇਂਦਰ ਕਾਨੂੰਨ ਬਣਾਵੇ, ਤਾਂ ਇਹ ਰਿਕਮੈਂਡੇਸ਼ਨ ਦੇ ਉੱਤੇ ਜਿਹੜਾ ਪਾਰਲੀਮੈਂਟ ਕਾਨੂੰਨ ਬਣਾ ਸਕਦਾ ਹੈ। ਪਰੰਤੂ ਇੱਥੇ ਗੱਲ ਯਾਦ ਇਹ ਰੱਖਣੀ ਹੈ ਕਿ ਜਿਹੜਾ ਉਹ ਕਾਨੂੰਨ ਬਣਾਇਆ ਜਾਊਗਾ ਉਹ ਸਿਰਫ ਉਹਨਾਂ ਰਾਜਾਂ 'ਤੇ ਹੀ ਲਾਗੂ ਹੋਊਗਾ ਜਿਨ੍ਹਾਂ ਰਾਜਾਂ ਨੇ ਕਾਨੂੰਨ ਬਣਾਉਣ ਵਾਸਤੇ ਕੀ ਕੀਤੀ ਸੀ, ਸਿਫਾਰਿਸ਼ ਕੀਤੀ ਸੀ। ਨੈਕਸਟ ਗੱਲ ਇੱਕ ਇਹ ਵੀ ਇੰਪੋਰਟੈਂਟ ਹੈ ਕਿ ਕੀ ਫਿਰ ਉਹਨੂੰ ਸਟੇਟ ਲੈਜਿਸਲੇਚਰ ਰਾਹੀਂ ਉਹ ਖਾਰਜ ਕੀਤਾ ਜਾ ਸਕਦਾ ਹੈ ਕਾਨੂੰਨ ਨੂੰ? ਉਹ ਨਹੀਂ ਕੀਤਾ ਜਾ ਸਕਦਾ, ਕਿ ਜਿਹੜਾ ਕਾਨੂੰਨ ਪਾਰਲੀਮੈਂਟ ਨੇ ਬਣਾਇਆ ਉਹਨੂੰ ਪਾਰਲੀਮੈਂਟ ਹੀ ਖਾਰਜ ਕਰੂਗੀ। ਤਾਂ ਕਰਕੇ ਜਿਹੜਾ ਉਹ ਕਾਨੂੰਨ ਜਿਹੜੇ ਸਟੇਟਾਂ 'ਤੇ ਲਾਗੂ ਹੋਊਗਾ ਉਹਦੇ ਉੱਤੇ ਪਾਰਲੀਮੈਂਟ ਦਾ ਪੂਰਾ ਹੱਕ ਹੋ ਜਾਂਦਾ। ਇੱਥੇ ਵੀ ਆਪਾਂ ਦੇਖਦੇ ਹਾਂ ਕਿ ਯੂਨਿਟਰੀ ਫੈਕਟਰ ਹੈ ਜਿਹੜਾ ਉਹ ਭਾਰੀ ਹੋ ਜਾਂਦਾ। ਤੀਜੀ ਗੱਲ ਕੀ ਹੈ, ਟੂ ਇੰਪਲੀਮੈਂਟ ਇੰਟਰਨੈਸ਼ਨਲ ਐਗਰੀਮੈਂਟਸ, ਜੇਕਰ ਕੋਈ ਅੰਤਰਰਾਸ਼ਟਰੀ ਸਮਝੌਤੇ ਹੁੰਦੇ ਨੇ ਉੱਥੇ ਕੋਈ ਨੈਸ਼ਨਲ ਇੰਟਰਸਟ ਦੇ ਪ੍ਰਤੀ ਆਪਾਂ ਦੇਖੀਏ ਕਿ ਸਟੇਟ ਲਿਸਟ ਦੇ ਵਿੱਚੋਂ ਕਿਸ ਸਬਜੈਕਟ ਦੇ ਕਾਨੂੰਨ ਬਣਾਉਣਾ ਹੈ ਤਾਂ ਵੀ ਜਿਹੜਾ ਪਾਰਲੀਮੈਂਟ ਹੈ ਕਾਨੂੰਨ ਬਣਾ ਸਕਦਾ ਹੈ। ਡਿਊਰਿੰਗ ਪ੍ਰੈਜ਼ੀਡੈਂਟ ਰੂਲ, ਜਦੋਂ ਆਪਾਂ ਅੱਗੇ ਗੱਲ ਕਰਾਂਗੇ ਰਾਸ਼ਟਰਪਤੀ ਪੜ੍ਹਾਂਗੇ ਆਪਾਂ ਉਹਦੀਆਂ ਸੰਕਟਕਾਲੀਨ ਸ਼ਕਤੀਆਂ ਦੀ ਗੱਲ ਕਰਾਂਗੇ ਤਾਂ ਉੱਥੇ ਪ੍ਰੈਜ਼ੀਡੈਂਟ ਰੂਲ ਦੇ ਵਿੱਚ ਕਿਹੜੀਆਂ ਧਾਰਾਵਾਂ ਲੱਗਦੀਆਂ ਨੇ, ਕਿਹੜੀਆਂ ਹਦਾਇਤਾਂ ਜਾਰੀ ਹੁੰਦੀਆਂ ਨੇ, ਉਹਨਾਂ ਸੰਬੰਧੀ ਆਪਾਂ ਚਰਚਾ ਕਰਾਂਗੇ। ਤਾਂ ਇਹ ਵੀ ਹੈ ਕਿ ਜੇਕਰ ਪ੍ਰੈਜ਼ੀਡੈਂਟ ਰੂਲ ਲਾਗੂ ਹੁੰਦਾ ਹੈ ਕਿਸੇ ਸਟੇਟ ਦੇ ਵਿੱਚ ਤਾਂ ਉੱਥੇ ਕੀ ਹੋਊਗਾ, ਕਾਨੂੰਨ ਨੇ ਜਿਹੜੇ ਉਹ ਪਾਰਲੀਮੈਂਟ ਦੁਆਰਾ ਪਾਸ ਕੀਤੇ ਜਾਣਗੇ। ਪਰੰਤੂ ਇੱਥੇ ਗੱਲ ਇਹ ਵੀ ਹੈ ਕਿ ਜੇਕਰ ਕੋਈ ਇੱਕ ਸਬਜੈਕਟ ਹੈ ਉਹਦੇ ਉੱਤੇ ਸਟੇਟ ਵੀ ਕਾਨੂੰਨ ਬਣਾਉਂਦੀ ਹੈ ਅਤੇ ਪਾਰਲੀਮੈਂਟ ਵੀ ਕਾਨੂੰਨ ਬਣਾਉਂਦੀ ਹੈ ਅਤੇ ਦੋਨੇ ਇੱਕ ਸਬਜੈਕਟ ਦੇ ਕਾਨੂੰਨ ਬਣਾ ਰਹੇ ਨੇ ਤਾਂ ਉਹਦੇ ਵਿੱਚੋਂ ਜਿਹੜਾ ਪਾਰਲੀਮੈਂਟ ਜਿਹੜਾ ਕਾਨੂੰਨ ਆ ਉਹ ਲਾਗੂ ਹੋਊਗਾ। ਇੱਕ ਗੱਲ ਆਪਾਂ ਨੇ ਇਹ ਯਾਦ ਰੱਖਣੀ ਹੈ ਕਿ ਜਦੋਂ ਪ੍ਰੈਜ਼ੀਡੈਂਟ ਰੂਲ ਲੱਗ ਜਾਂਦਾ ਕਿ ਉੱਥੋਂ ਦਾ ਜਿਹੜਾ ਸਟੇਟ ਲੈਜਿਸਲੇਚਰ ਹੈ ਉਹ ਡਿੱਗ ਪੈਂਦਾ, ਨਹੀਂ ਡਿੱਗਦਾ, ਉੱਥੇ ਉਹ ਕਾਰਜ ਕਰਦਾ, ਪਰੰਤੂ ਜਿਹੜਾ ਮੇਨ ਫੋਕਸ ਹੁੰਦਾ ਉਹ ਸੈਂਟਰ ਸਰਕਾਰ ਦਾ ਹੁੰਦਾ ਅਤੇ ਬਣਾਏ ਹੋਏ ਜਿਹੜੇ ਪਾਰਲੀਮੈਂਟ ਦੇ ਕਾਨੂੰਨ ਨੇ ਉਹ ਲਾਗੂ ਹੁੰਦੇ ਨੇ। ਅਗਲੀ ਗੱਲ ਹੈ ਕਿ ਸੈਂਟਰਸ ਕੰਟਰੋਲ ਓਵਰ ਸਟੇਟ ਲੈਜਿਸਲੇਸ਼ਨ। ਦ ਗਵਰਨਰ ਕੈਨ reserve certain types of bill passed by the state legislature for the consideration of the president. The president enjoys absolute veto over them. ਇੱਥੇ ਵੀ ਕੀ ਹੈ ਕਿ ਜੇਕਰ ਕੋਈ ਸਟੇਟ ਲੈਜਿਸਲੇਚਰ ਹੈ ਜਿਹੜਾ ਉਹ ਕਾਨੂੰਨ ਬਣਾ ਲੈਂਦਾ, ਮਤਲਬ ਕੋਈ ਬਿੱਲ ਪਾਸ ਕਰ ਲੈਂਦਾ, ਕਾਨੂੰਨ ਨਹੀਂ ਕੋਈ ਬਿੱਲ ਪਾਸ ਕਰ ਲੈਂਦਾ ਅਤੇ ਇਸ ਤੋਂ ਬਾਅਦ ਉਹ ਗਵਰਨਰ ਕੋਲ ਜਾਂਦਾ ਅਤੇ ਗਵਰਨਰ ਅਸੈਂਟ ਦੇਣ ਤੋਂ ਬਿਨਾਂ ਉਹਨੂੰ ਲੱਗੇ ਜੇਕਰ ਕਿ ਰਾਸ਼ਟਰਪਤੀ ਸਲਾਹ ਲੈਣੀ ਜ਼ਰੂਰੀ ਹੈ ਤਾਂ ਉਹ ਰਾਸ਼ਟਰਪਤੀ ਕੋਲ ਭੇਜ ਦਿੰਦਾ। ਤਾਂ ਇੱਥੇ ਕੀ ਹੈ ਕਿ ਜੇਕਰ ਹੁਣ ਰਾਸ਼ਟਰਪਤੀ ਉਹਦੇ ਵਿੱਚ ਕੋਈ ਸੋਧ ਕਰਕੇ ਭੇਜਦਾ ਤਾਂ ਉਹਨੂੰ ਜਿਹੜਾ ਗਵਰਨਰ ਆ ਉਹ ਕੱਟ ਨਹੀਂ ਸਕਦਾ, ਤਾਂ ਉਹ ਜਿਵੇਂ ਤਿਵੇਂ ਆਇਆ ਤਾਂ ਉਹਨੂੰ ਉਸ ਤਰ੍ਹਾਂ ਹੀ ਅਪਲਾਈ ਕਰਨਾ ਪਊਗਾ। ਤਾਂ ਇੱਕ ਤਾਂ ਇਹ ਗੱਲ ਹੋ ਗਈ। ਤਾਂ ਇੱਥੇ ਵੀ ਕੀ ਹੈ, ਪਾਰਲੀਮੈਂਟ ਦਾ ਹੱਥ ਉੱਪਰ ਹੋ ਗਿਆ। ਬਿਲਸ ਔਨ ਦਾ ਸਰਟਨ ਮੈਟਰ ਇਨਿਮੂਰੇਟਡ ਇਨ ਦਾ ਸਟੇਟ ਲਿਸਟ, ਕੁਝ ਕੁ ਇਸ ਤਰ੍ਹਾਂ ਦੇ ਮਸਲੇ ਨੇ, ਇਸ ਤਰ੍ਹਾਂ ਦੇ ਬਿੱਲ ਨੇ ਜਿਹੜੇ ਕਿ ਪ੍ਰੈਜ਼ੀਡੈਂਟ ਦੀ ਪਰਮਿਸ਼ਨ ਤੋਂ ਬਿਨਾਂ ਇੰਟਰੋਡਿਊਸ ਨਹੀਂ ਹੁੰਦੇ, ਅਤੇ ਇੱਥੇ ਵੀ ਪਾਰਲੀਮੈਂਟ ਦਾ ਹੱਥ ਉੱਪਰ ਹੋ ਗਿਆ। ਤੀਜੀ ਗੱਲ ਹੈ, ਦਾ ਸੈਂਟਰ ਕੈਨ ਡਾਇਰੈਕਟ ਦਾ ਸਟੇਟ ਟੂ ਰਿਜ਼ਰਵ ਮਨੀ ਬਿਲਸ ਐਂਡ ਅਦਰ ਫਾਈਨੈਂਸ਼ੀਅਲ ਬਿੱਲ ਪਾਸਡ ਬਾਈ ਦਾ ਸਟੇਟ ਲੈਜਿਸਲੇਚਰ ਫॉर ਦਾ ਪ੍ਰੈਜ਼ੀਡੈਂਟਸ ਕੰਸੀਡਰੇਸ਼ਨ ਡਿਊਰਿੰਗ ਅ ਫਾਈਨੈਂਸ਼ੀਅਲ ਐਮਰਜੈਂਸੀ, ਕਿ ਜੇਕਰ ਵਿੱਤੀ ਐਮਰਜੈਂਸੀ ਲੱਗ ਜਾਂਦੀ ਹੈ ਤਾਂ ਜਿਹੜੇ ਮਨੀ ਬਿੱਲ ਇੰਟਰੋਡਿਊਸ ਕਰਨ ਤੋਂ ਪਹਿਲਾਂ ਵੀ ਜਿਹੜਾ ਸਾਡਾ ਪ੍ਰੈਜ਼ੀਡੈਂਟ ਕੰਸੀਡਰੇਸ਼ਨ ਆ ਉਹ ਜ਼ਰੂਰੀ ਹੁੰਦੀ ਹੈ। ਤਾਂ ਇੱਥੇ ਵੀ ਕੀ ਹੈ ਕਿ ਜਿਹੜਾ ਪਾਰਲੀਮੈਂਟ ਹੈ ਜਾਂ ਯੂਨਿਟਰੀ ਫੈਕਟਰ ਹੈ ਜਾਂ ਸੈਂਟਰਲ ਗੌਰਮੈਂਟ ਦਾ ਹੱਥ ਆਪਾਂ ਕਹਿ ਸਕਦੇ ਹਾਂ ਉਹ ਜ਼ਿਆਦਾ ਭਾਰੀ ਹੁੰਦਾ। ਸੋ ਦੋਸਤੋ, ਅੱਜ ਆਪਾਂ ਇਹ ਪੜ੍ਹੇ ਕਿ ਜਿਹੜਾ ਕੇਂਦਰ ਅਤੇ ਰਾਜ ਸਰਕਾਰਾਂ ਦੇ ਆਪਸ ਦੇ ਵਿੱਚ ਵਿਧਾਨਕ ਸੰਬੰਧ ਨੇ ਉਹ ਕਿਹੜੇ ਨੇ ਅਤੇ ਕਿਹੜੀਆਂ ਧਾਰਾਵਾਂ ਅਤੇ ਕਿਹੜੇ ਰੂਲਾਂ ਮੁਤਾਬਕ ਉਹ ਚੱਲਦੇ ਨੇ, ਇਸ ਸੰਬੰਧੀ ਆਪਾਂ ਚਰਚਾ ਕੀਤੀ। ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਊਗੀ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਸ਼ੇਅਰ ਕਰੋ, ਲਾਈਕ ਕਰੋ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬਹੁਤ ਬਹੁਤ ਧੰਨਵਾਦ।